ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਕਬੀਰ ਜੀ ਕੇ। ਸ਼ਲੋਕ 19ਵਾਂ। ਕਬੀਰ ਮਾਇਆ ਡੋਲਨੀ ਪਵਨ ਬਹਿ ਹਿਵਤਾਰ, ਜਿਨ ਬਲੋਇਆ ਤਿਨ ਖਾਇਆ ਅਬਰ ਬਿਲੋਬਨ ਹਾਰ। ਕਬੀਰ ਮਾਇਆ ਡੋਲਨੀ ਪਵਨ ਬਹਿ ਹਿਵਤਾਰ, ਜਿਨ ਬਲੋਇਆ ਤਿਨ ਖਾਇਆ ਅਬਰ ਬਿਲੋਬਨ ਹਾਰ। ਹੁਣ ਭਗਤ ਜੀ ਆਪਾਂ ਨੂੰ ਸਮਝਾਉਣਾ ਚਾਹੁੰਦੇ ਨੇ, ਜਿਹੜੇ ਇਹਨੂੰ ਵਿਚਾਰਦੇ ਨੇ, ਰਿੜਕਦੇ ਨੇ, ਬਿਲੋਬਨ ਤੋਂ ਭਾਵ ਵਿਚਾਰਦੇ ਨੇ, ਉਹ ਪ੍ਰਾਪਤੀ ਕਰ ਲੈਂਦੇ ਨੇ। ਉਹ ਨਾਮ ਰੂਪੀ ਗਿਆਨ ਖਾਂਦੇ ਨੇ, ਉਹਨਾਂ ਦੀ ਆਤਮਾ ਜਿਹੜੀ ਪ੍ਰਾਤਮਾ ਇੱਕ ਹੋ ਜਾਂਦੀ ਹੈ। ਉਹ ਇੱਥੋਂ ਆਪਦੀ ਕਮਾਈ ਕਰਕੇ ਚਲੇ ਜਾਣਗੇ, ਦੂਜੇ ਹੋਰ ਆਉਂਦੇ ਆ ਉਹ ਵੀ ਪ੍ਰਾਪਤੀ ਕਰਨਗੇ। ਇਹ ਸੰਸਾਰ ਐ ਚੱਲਦਾ ਹੀ ਰਹਿੰਦਾ ਸਿਲਸਿਲਾ। ਸਾਡੇ ਅੰਦਰ ਬਾਣੀ ਵਾਰ-ਵਾਰ ਸਮਝਾ ਰਹੀ ਹੈ, ਬਾਹਰ ਢੋਲੇ ਸੋ ਭਰਮ ਭੁਲਾਈ, ਸਭ ਕੁਛ ਕਰਮ ਹੈ, ਬਾਹਰ ਕਿਛ ਨਹੀਂ। ਫਿਰ ਵੀ ਅਸੀਂ ਬਾਹਰ ਭਟਕਦੇ ਹਾਂ। ਕੀ ਕਾਰਨ ਆ? ਉਹ ਆਪਾਂ ਇਹਨੂੰ ਵਿਚਾਰੀਏ। ਸਾਨੂੰ ਸੱਚ ਦਾ ਗਿਆਨ ਨਹੀਂ ਹੈਗਾ। ਸੱਚ ਦੇ ਗਿਆਨ ਤੋਂ ਬਿਨਾਂ, ਦਿਵ ਦ੍ਰਿਸ਼ਟੀ ਤੋਂ ਬਿਨਾਂ ਅਤਰੀਬ ਦੁਨੀਆ ਨੂੰ ਅਸੀਂ ਕਿਵੇਂ ਸਮਝਾਂਗੇ, ਕਿਵੇਂ ਜਾਵਾਂਗੇ? ਅਤਰੀਬ ਦੁਨੀਆ ਦਾ ਤਾਂ ਸਾਨੂੰ ਗਿਆਨ ਹੀ ਨਹੀਂ ਹੈਗਾ। ਅਸੀਂ ਹਰ ਕੇ ਦੁਆਰ ਜਾਣਾ। ਦੇਖੋ ਭਗਤ ਕਬੀਰ ਜੀ ਸਮਝਾ ਰਹੇ ਨੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮरूं तो हर के द्वार। देखो भगत जी ਤਾਂ ਐਂ ਕਹਿ ਰਹੇ ਨੇ, ਭਾਈ ਸੰਸਾਰ ਰੋਂਦਾ ਵਾ, ਰੱਜ ਨਾ ਕੋਈ ਜੀਵਿਆ, ਕੂੜੇ ਪ੍ਰਵਾਸ। ਜਾਣਦੇ ਵੀ ਹੈ, ਸਰੀਰ ਛੱਡਣਾ ਵੀ ਹੈ, ਫਿਰ ਵੀ ਨਹੀਂ ਕੋਈ ਜਾਣਾ ਚਾਹੁੰਦਾ। ਜੇ ਆਪਾਂ ਨਹੀਂ ਜਾਣਾ ਚਾਹੁੰਦੇ, ਲੈ ਜਾਣਗੇ ਅਗਲੇ। ਜਿਹਨੇ ਸਰੀਰ ਦਿੱਤਾ ਮਾਲਕ ਤਾਂ ਉਹੀ ਹੈ। ਬਾਬਾ ਫਰੀਦ ਜੀ ਦਾ ਆਪਾਂ ਸ਼ਲੋਕ ਲੈ ਲੈਂਦੇ। ਕੀ ਸਮਝਾ ਰਹੇ ਨੇ ਬਾਬਾ ਫਰੀਦ ਜੀ? ਫਰੀਦਾ ਦੋਹੂ ਦੀਵੀ ਵਲੰਦਿਆਂ, ਮਲਕ ਬੈਠਾ ਆਏ, ਗੜ ਲੀਤਾ ਘਟ ਲੂਟਿਆ, ਦੀਵੜੇ ਗਿਆ ਵਜਾਏ। ਇਹ ਦੀਵੇ ਬੁੱਝ ਜਾਣਗੇ ਭਾਈ, ਫਿਰ ਤੋੜੇ ਨਹੀਂ ਇਹਨੇ ਬੁਝਾ ਤੇ, ਫਿਰ ਜੂਨੀ 'ਚ ਪਾਇਆ ਜਾਊਗਾ। ਇਹ ਦੋ ਦੀਵਿਆਂ ਤੋਂ ਆਪਾਂ ਇੱਕ ਕਰਨਾ ਵਾ। ਰਹਿੰਦੇ ਇੱਕ ਘਰ 'ਚ ਹੀ ਨੇ। ਮਨ ਸੰਸਾਰ ਨਾਲ ਜੁੜਿਆ, ਮਨ ਬੁੱਧੀ ਅੰਤਰਾਤਮਾ ਦੀ ਆਵਾਜ਼ ਕੁਦਰਤ ਦੇ ਹੁਕਮ 'ਤੇ ਖੜੀ ਹੈ। ਉਹਦੀ ਕਿਰਪਾ ਨਾਲ ਸਾਡਾ ਸਾਹ ਚੱਲ ਰਿਹਾ ਵਾ। ਜਦ ਤੱਕ ਇੱਕ ਨਹੀਂ ਹੁੰਦੇ, ਕਿਵੇਂ ਸੰਸਾਰ ਨੂੰ ਛੱਡੂਗਾ? ਸੰਸਾਰ ਤਾਂ ਛੱਡਣਾ ਹੀ ਪੈਣਾ ਸਾਨੂੰ, ਇਹ 'ਚ ਕੋਈ ਦੋ ਰਾਹ ਨਹੀਂ ਹੈਗੀ। ਚਾਹੇ ਰਾਜਾ ਹੈ, ਚਾਹੇ ਗਰੀਬ ਹੈ। ਬਸ ਲੋਕ ਲਿਆਏ ਸੀ ਪਿੱਛੇ ਵੀ, ਆਪਾਂ ਲੈਂਦੇ ਹੀ ਰਹਿੰਦੇ ਹਾਂ। ਸਿੱਖ ਸੰਗਤ ਨੂੰ ਸਮਝ ਆ ਜਾਵੇ, ਜੋ ਇਹਨੂੰ ਸੁਣੇ ਉਹਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਛੱਡਣਾ ਤਾਂ ਪੈਣਾ ਹੀ ਹੈ। ਬਾਬਾ ਫਰੀਦ ਜੀ ਦਾ ਆਪਾਂ ਸ਼ਲੋਕ ਲੈ ਲੈਂਦੇ। ਫਰੀਦਾ ਗੋਰ ਨਮਾਣੀ ਸੰਡ ਕਰੇ, ਨ ਕਰਿਆ ਕਰਿਆਓ, ਸਰ ਪਰ ਇੱਥੇ ਆਵਣਾ, ਮਰਨੋਂ ਨਾ ਡਰਿਆਓ। ਕਿਉਂ ਡਰਦਾ ਮਰਨੋਂ ਫਰੀਦਾ? ਜੇ ਤੂੰ ਆਪਦੇ ਘਰ ਨਹੀਂ ਪਹੁੰਚੇਗਾ, ਨ ਘਰਿਆ ਇੱਥੇ ਹੈ, ਲੋਕ ਦੇ ਵਿੱਚ ਦੁੱਖ ਸਾਗਰ 'ਚ ਰਹੇਗਾ, ਫਿਰ ਤੈਨੂੰ ਕਿਹੜਾ ਛੱਡ ਦੇਣਗੇ? ਜਿੰਦ ਨਵਾਣੀ ਕੱਢੀਏ ਹੱਡਾਂ ਕੂਕੜਕਾਏ, ਇਹ ਤਾਂ ਕੱਢ ਲੈਣੀ ਹੈ, ਫਿਰ ਦੂਈ ਜੂਨੀ 'ਚ ਪਾ ਦੇਣਗੇ। ਜੇ ਤੂੰ ਆਪਦੇ ਸਮੇਂ ਨਾਲ ਉਹ ਅੱਲਾ ਦੀ ਭਗਤੀ ਕਰਕੇ, ਉਹਦੀ ਰਹਿਮਤ ਲੈ ਕੇ, ਕਿਰਪਾ ਲੈ ਕੇ, ਕੁਦਰਤ ਦਾ ਸ਼ੁਕਰ ਕਰਕੇ ਆਪਦਾ ਜੀਵਨ ਸੰਵਾਰ ਲੇਗਾ, ਫਿਰ ਆਪਦੇ ਮੂਲ ਦਾ ਦਰਸ਼ਨ ਕਰ ਲੇਗਾ, ਤੇਰਾ ਸੰਸਾਰ 'ਚੋਂ ਛੁਟਕਾਰਾ ਹੋ ਜਾਊਗਾ। ਸਾਨੂੰ ਵੀ ਇਹੀ ਕਰਨਾ ਪੈਣਾ ਭਾਈ। ਇਹੀ ਸਤਿਗੁਰ ਸਮਝਾ ਰਹੇ। ਸਾਰੇ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਭਗਤ ਗੁਰੂ ਸਾਹਿਬਾਨ, ਉਹਨਾਂ ਆਪਣੇ ਆਪਣੇ ਸਮੇਂ ਅਨੁਸਾਰ ਸਾਨੂੰ ਉਪਦੇਸ਼ ਦਿੱਤਾ। ਮਾਇਆ ਦਾ ਰੂਪ ਹੈ, ਬਦਲਦਾ ਰਹਿੰਦਾ ਵਾ। ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਮਾਇਆ 'ਚ ਪਰਿਵਰਤਨ ਹੁੰਦਾ ਰਹਿੰਦਾ ਵਾ, ਭਾਸ਼ਾ ਬਦਲਦੀਆਂ ਰਹਿੰਦੀਆਂ ਨੇ, ਪਰ ਇਹ ਜੁਗੋ ਜੁਗ ਟਲ ਹੈ, ਇੱਕੇ ਰਹੂਗੀ। ਇਹ ਕੋਈ ਸੰਸਾਰੀ ਭਾਸ਼ਾ ਥੋੜ੍ਹੀ ਹੈ, ਇਹ ਗੁਰਮੁਖੀ ਭਾਸ਼ਾ ਹੈ, ਗੁਰੂ ਦੀ ਭਾਸ਼ਾ। ਜਿਹੜੇ ਵਿੱਚ ਸੰਸਾਰੀ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ, ਉਹ ਮਾਇਆ ਦੇ ਹੈਗੇ ਆ। ਉਹ ਤਾਂ ਅਸੀਂ ਛੱਡਣੇ, ਉਹ ਤਾਂ ਸਮਝਣ ਖਾਤਰ ਹੀ ਲੈਣੇ ਨੇ। ਉਹ ਕਿੱਥੇ ਹੈ ਨਾਮ? ਫਿਰ ਕਿਵੇਂ ਪ੍ਰਾਪਤੀ ਹੋਵੇ ਸਾਨੂੰ? ਕਿਉਂਕਿ ਸਾਨੂੰ ਅਤਰੀਬ ਦੁਨੀਆ ਦਾ ਗਿਆਨ ਨਹੀਂ, ਉਹਦੀ ਕਿਰਪਾ ਰਹਿਮਤ ਅਸੀਂ ਲਈਏ ਨਹੀਂ ਹੈਗੀ। ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਅੰਦਰ ਕਿਵੇਂ ਝਾਕਾਂਗੇ?
ਉਹਨੂੰ ਪੇਖਣਾ ਕਹਿੰਦੇ ਆ, ਪੇਖਣਾ। ਅੱਖਾਂ ਨਾਲ ਦੇਖਦੇ ਆ ਉਹਨੂੰ ਪੇਖਣਾ ਕਹਿੰਦੇ। ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਾਏ ਰੇ। ਉਹ ਗੁਰਸਿੱਖ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ ਉਹ ਦੇਖ ਲੈਂਦੇ ਨੇ। ਉਹ ਕੀ ਹੈ? ਦਿਵ ਦ੍ਰਿਸ਼ਟੀ। ਉਹੀ ਤਾਂ ਦੇ ਰਹੀ ਹੈ ਬਾਣੀ ਸਾਨੂੰ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣ ਤੀਜੀ ਪਾਤਸ਼ਾਹੀ ਦੇ, ਇਹ ਨੇਤਰ ਅੰਧ ਥੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਇਹ ਦਿਵ ਦ੍ਰਿਸ਼ਟੀ ਹੈ ਭਾਈ। ਇਹਦੇ ਨਾਲ ਤਾਂ ਧਰੀਵ ਦੁਨੀਆ ਨੂੰ ਜਾਣਾ ਸੀ ਆਪਦੇ, ਜਿੱਥੋਂ ਆਤਮਾ ਟੁੱਟ ਕੇ ਆਈ ਹੈ ਪ੍ਰਾਤਮਾ ਨਾਲ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈਂਦੇ ਹਾਂ, ਪੰਚਮ ਪਾਤਸ਼ਾਹ ਦੇ ਸਮਝਾਉਂਦੇ ਨੇ ਅੰਦਰ ਆਪਾਂ ਨੂੰ ਕਿੱਥੇ ਹੈ ਭਾਈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਸੁਨ ਸਮਾਦ ਤੈ ਅਨਹਦ ਨਾਦ ਕਹੀ ਨਾ ਜਾਈ ਅਚਰਜ ਬਿਸ਼ਮਾਦ। ਸਤਿਗੁਰੂ ਸਮਝਾਉਂਦੇ ਨੇ ਵੀ ਜਿਹੜੇ ਇਹਦੀ ਪ੍ਰਾਪਤੀ ਕਰ ਲੈਂਦੇ ਨੇ ਉਹ ਬਿਆਨ ਤੋਂ ਪਰੇ ਦੀ ਗੱਲ ਹੈ, ਕਿਉਂਕਿ ਅੱਖਾਂ ਕਿੰਨਾਂ ਦਾ ਵਿਸ਼ਾ ਹੀ ਨਹੀਂ ਹੈਗਾ, ਆਪਣੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ ਉਹ। ਇਹ ਨਿਰਾਕਾਰ ਦੁਨੀਆ ਦਾ ਵਿਸ਼ਾ ਵਾ। ਨਿਰਾਕਾਰ ਤੋਂ ਭਾਵ ਆਕਾਰ ਤੋਂ ਰਹਿਤ। ਫਿਰ ਜਿਹੜੇ ਗੁਰਸਿੱਖ ਸ਼ਬਦ ਦੀ ਕਮਾਈ ਕਰਦੇ ਨੇ, ਗੁਰਬਾਣੀ ਨੂੰ ਵਿਚਾਰਦੇ ਨੇ, ਬਿਲਾਉਂਦੇ ਨੇ, ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਰੰਗ ਕਰਕੇ ਦੇਸ ਜਾਏ ਤਾਂ ਸੁਖ ਲਹੇ ਮਾਲ, ਸੁਖ ਸਾਗਰ ਪਹੁੰਚ ਜਾਂਦੇ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਇਹ ਖਜ਼ਾਨਾ ਜਿਹੜਾ ਨਾਮ ਦਾ ਸਾਡੇ ਅੰਦਰ ਹੈ, ਮਨ ਦੇ ਨਾਲ ਹੀ ਹੈ। ਮਨ ਮਹਿ ਆਪ। ਮਨ ਸੰਸਾਰ ਨਾਲ ਜੁੜਿਆ ਕਰਕੇ ਇਹਨੂੰ ਸਮਝ ਨਹੀਂ ਆ ਰਹੀ। ਮਾਇਆ ਦਾ ਗਿਆਨ ਤਾਂ ਲਈ ਜਾਂਦਾ। ਉਹ ਜਿੰਨੇ ਧਰਮ ਕਰਮ ਅਸੀਂ ਕਰਦੇ ਹਾਂ ਉਹ ਤਾਂ ਸਾਰੇ ਸਰੀਰ ਕਰਕੇ ਨੇ। ਆਤਮ ਕਰਮ ਤਾਂ ਅੱਜ ਕੋਈ ਹੈ ਹੀ ਨਹੀਂ। ਉਹ ਜਿੰਨੇ ਵੀ ਨੇ ਸਾਰੇ ਉਹ ਮੱਤ ਮਾਰਨ ਵਾਲੇ ਹੀ ਨੇ ਧਰਮ, ਜੋ ਅਸੀਂ ਕਰਕੇ ਆਏ ਹਾਂ ਪਹਿਲਾਂ। ਮੱਤ ਤੈਨੂੰ ਹੁਣ ਮਿਲਣੀ ਹੈ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਗੁਰ ਕੀ ਮਤੁ ਲਿਹੋ ਆਣੇ ਭਗਤੀ ਬਿਨਾ ਵੈ ਡੂਬੇ ਸਿਆਣੇ। ਦੇਖ ਸਤਿਗੁਰ ਕੀ ਸਮਝਾਉਂਦੇ। ਇਹ ਗੁਰ ਕੀ ਮੱਤ ਲੈਣੀ ਆ ਆਪਾਂ, ਇੱਥੋਂ ਫਿਰ ਪਾਰ ਨਿਕਲਣਾ ਵਾ। ਆਪਣੀ ਮੱਤ ਤਾਂ ਇੱਥੋਂ ਸਮਾਪਤੀ ਹੈ, ਤਾਂ ਕਾਲ ਦੇ ਵਸ ਹੈ। ਆਪਾਂ ਆਸਾ ਦੀ ਬਸ ਸਤਿਗੁਰਾਂ ਦੇ ਵਚਨ ਲੈ ਲੈਣੇ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਇਹ ਸੱਚ ਦੀ ਕਿਰਪਾ ਲੈਣੀ ਹੈ, ਸੱਚ ਦਾ ਗਿਆਨ ਲੈਣਾ ਹੀ ਤਾਂ ਨਿਸ਼ਾਨੀ ਹੈ। ਉਹ ਗੁਰਸਿੱਖ ਦੇ ਕਿਰਦਾਰ 'ਚੋਂ ਪੜ੍ਹੀ ਜਾਊਗੀ। ਉਹ ਸੰਸਾਰ ਦੇ ਵਿੱਚ ਛੁਪ ਕੇ ਨਹੀਂ ਜਾਂਦੇ। ਆਪਾਂ ਸਲੋਕ ਲੈ ਲੈਂਦੇ ਹਾਂ ਪਵਨ ਗੁਰੂ ਪਾਣੀ ਪਿਤਾ ਵਾਲਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨੇ ਹੀ ਉਹਨਾਂ ਦੇ ਨਾਲ ਹੋਰ ਨਿਕਲ ਜਾਂਦੇ ਨੇ ਭਾਈ। ਉਹ ਤਾਂ ਸਤਿਗੁਰ ਤਾਂ ਐਂ ਸਮਝਾਉਂਦੇ ਨੇ ਐਸੇ ਗੁਰਸਿੱਖ ਨਾਲ। ਇਹ ਗੁਰ ਸ਼ਬਦ ਲੰਗਰ ਹੈ, ਵੱਧਦਾ ਹੀ ਜਾਣਾ। ਇਹ ਜਿਹੜੇ ਸੰਸਾਰੀ ਅਸੀਂ ਲੰਗਰ ਲਾਉਂਦੇ ਹਾਂ ਜਾਂ ਭੰਡਾਰੇ ਕਰਦੇ ਹਾਂ, ਜੋ ਵੀ ਕਰਦੇ ਹਾਂ, ਉਹ ਤਾਂ ਸਾਰੀ ਸਰੀਰ ਦੀ ਖੁਰਾਕ। ਉਹ ਤਾਂ ਕੁਦਰਤ ਨੇ ਬਣਾਈ ਹੈ, ਸਾਰਿਆਂ ਨੂੰ ਹੀ ਦਿੰਦਾ। ਜਿਹੋ ਜਿਹਾ ਕਿਸੇ ਦਾ ਬੀਜਿਆ ਹੋ ਜਾ ਵੱਢਦੇ ਨੇ ਉਹ। ਪਰ ਇੱਥੇ ਤਾਂ ਨਾਮ ਦੀ ਪ੍ਰਾਪਤੀ ਬਾਰੇ ਸਮਝਾ ਰਹੀ ਹੈ ਵੀ ਜਿਹੜਾ ਜੀਵਨ ਮਿਲਿਆ ਸਾਨੂੰ, ਇਹ ਕਾਹਦੀ ਖਾਤਰ ਮਿਲਿਆ। ਆਪਾਂ ਰਹਿ ਰਾ ਸਤਿਗੁਰਾਂ ਦੇ ਵਚਨ ਲੈ ਲੈਂਦੇ। ਪਈ ਪ੍ਰਾਪਤ ਮਾਨੁਖ ਦੇ ਹੋਰੀਆਂ ਗੋਬਿੰਦ ਮਿਲਨ ਕੀਏ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਦੀ ਪ੍ਰਾਪਤੀ ਕਰ। ਸਾਧ ਸੰਗਤ ਕਿਵੇਂ ਪ੍ਰਾਪਤ ਹੋਵੇ? ਸਾਡੀ ਤਾਂ ਸਾਧ ਸੰਗਤ ਵੀ ਵਾ ਰਹੀ ਹੈ। ਉਹ ਸਾਰਾ ਭਾਈ ਸਰੀਰ ਕਰਕੇ ਹੈ। ਅੰਤਰਾਤਮਾ ਦੀ ਆਵਾਜ਼ ਨੂੰ ਬਾਣੀ ਸੰਤ ਕਹਿੰਦੀ ਹੈ, ਸਾਧ ਕਹਿੰਦੀ ਹੈ। ਮਨ ਨੂੰ ਤਾਂ ਸਾਧਨਾ ਵਾ ਆਪਾਂ ਹਾਲੇ। ਇਹ ਤਾਂ ਅਸਾਧ ਹੈ। ਮੰਮਾ ਮਨ ਸਿਉ ਕਾਜ ਹੈ। ਇਹਦੇ ਨਾਲ ਤਾਂ ਹੀ ਆਪਾਂ ਜੁਝਣਾ, ਇਹਨੂੰ ਤਾਂ ਹੀ ਸੋਧਣਾ ਵਾ। ਇਹਨੂੰ ਆਪਾਂ ਬਣਾਤਾ ਰਾਜਾ, ਇਹਨੂੰ ਬਣਾਤਾ ਆਪਾਂ ਉੱਚ ਉੱਚੀਆਂ ਪਦਵੀਆਂ ਦੇ ਕੇ। ਆਪਾਂ ਆਸਾ ਦੀ ਬਾਤ ਸਤਿਗੁਰਾਂ ਦੇ ਵਚਨ ਲੈ ਲੈਣੇ। ਮਨ ਅੰਧਾ ਨੌ ਸਜਾਣ, ਅੰਨਾ ਮਨ ਹੈ ਸਿਆਣਾ ਬਣਿਆ ਬੈਠਾ। ਫਕੀਰ ਜੀ ਦਾ ਸਲੋਕ ਲੈ ਲੈਂਦੇ। ਮਨ ਜਾਣਤ ਸਭ ਹੀ ਬਾਤ ਜਾਣਤ ਹੀ ਔਗਨ ਕਰੈ। ਕਾਹੇ ਕੀ ਕੁਸ਼ਲਾਤ ਹਾਥ ਦੀਪ ਲੈ ਕੁਏ ਗਿਰੇ। ਦੀਵਾ ਫੜਦਾ ਧਰਮ ਦਾ, ਲੋਕਾਂ ਨੂੰ ਕਹਿੰਦਾ ਮੈਂ ਗਿਆਨੀ ਹੈ, ਪਰ ਡਿੱਗਦਾ ਕਿੱਥੇ ਆ ਖੂਹ 'ਚ। ਧਰਮ ਦੀ ਦੁਨੀਆ ਤਾਂ ਹਲੇ ਪਹੁੰਚੇ ਹੀ ਨਹੀਂ ਭਾਈ। ਧਰਮ ਦੀ ਦੁਨੀਆ ਤਾਂ ਸਾਡੀ ਪਕੜ ਤੋਂ ਹੀ ਪਰੇ ਆ। ਜਿਹੜੇ ਅਸੀਂ ਧਰਮ ਕਰਮ ਕਰਦੇ ਹਾਂ ਸਾਰੇ, ਇਹ ਤਾਂ ਸਰੀਰ ਕਰਨ। ਆਸਾ ਦੀ ਬਾਤ ਸਤਿਗੁਰਾਂ ਤੋਂ ਪੁੱਛ ਲੈਂਦੇ। ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ। ਬੁੱਧੀਮਾਨ ਨੂੰ ਸਮਝਾ ਰਹੀ ਹੈ ਭਾਈ ਇਹ ਤਾਂ ਝੂਠ ਦਾ, ਠੱਗੀ ਠਗਾਰੀ ਦੇਸ। ਇਹ ਤਾਂ ਠੱਗੀ ਲਾਉਂਦੇ ਆ ਸਾਰੇ, ਧਰਮ ਦੇ ਵਿੱਚ ਵੀ ਸੰਸਾਰ ਦੇ ਵਿੱਚ ਵੀ। ਦੇਖਦੇ ਹੀ ਆਪਾਂ, ਇੰਨਾ ਕੁ ਤਾਂ ਗਿਆਨ ਹੁੰਦਾ ਹੀ ਆਪਾਂ ਨੂੰ।
ਇਹ ਮਨ ਨੂੰ ਸਾਧਨਾ ਭਾਈ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ ਫਿਰ ਸਿੱਧੀ ਪ੍ਰਾਪਤ ਹੁੰਦੀ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ, ਸਤਿਗੁਰਾਂ ਨੇ ਸਮਝਾਇਆ ਸੀ ਸਿੱਧਾਂ ਨੂੰ। ਜਿੰਨੇ ਵੀ ਹਟ ਜੋ ਕਰਦੇ ਸੀ ਸਾਰੇ ਸਰੀਰ ਕਰਕੇ ਸੀ, ਉਹ 'ਚੋਂ ਗਿਆਨ ਤਾਂ ਪੈਦਾ ਨਹੀਂ ਹੁੰਦਾ। ਗਿਆਨ ਕਿਤੇ ਉਹੀ ਹੋ ਜਾਂਦਾ ਭਾਈ। ਬੱਚੇ ਜਾਂਦੇ ਨੇ ਪੜ੍ਹਨ, ਸਾਰਾ ਸਾਰਾ ਜੀਵਨ ਲੱਗ ਜਾਂਦਾ। ਜੇ ਹੁਣ ਬੱਚਾ ਜਾ ਕੇ ਸਕੂਲ ਚੌਂਕੜੀ ਮਾਰ ਕੇ ਬਹਿ ਜਾਵੇ, ਮੈਂ ਨਹੀਂ ਪੜ੍ਹਨਾ ਭਾਈ, ਮੈਂ ਤਾਂ ਭਗਤੀ ਕਰਨੀ ਹੈ, ਗਿਆਨ ਹੋ ਜਾਵੇ, ਫਿਰ ਤਾਂ ਸਿਖਾਲਾ ਹੀ ਹੈ ਬਹੁਤ ਕੰਮ। ਉਹੀ ਤਾਂ ਬਾਣੀ ਸਮਝਾਉਂਦੀ ਹੈ ਭਾਈ, ਇਹਦੇ ਵਿੱਚ ਤੁਹਾਨੂੰ ਮਿਲਣਾ ਕੀ ਹੈ? ਹੰਕਾਰ। ਹੰਕਾਰ ਵਧੂਗਾ ਮਨ ਦਾ, ਲੋਕ ਮੰਨਣ ਲੱਗ ਜਾਣਗੇ। ਹੁੰਦਾ ਕੁਛ ਨਹੀਂ, ਕਾਲ ਦੇ ਬਸ ਹੀ ਹੁੰਦਾ ਹੈ। ਜੋ ਸੰਸਾਰ ਤੁਸੀਂ ਦੇਖ ਰਹੇ ਹੋ, ਚੌਪਈ ਸਾਹਿਬ ਦੇ ਬਚਨ ਲੈ ਲੈਣੇ ਆਪਾਂ ਦਸਵੇਂ ਪਿਤਾ ਦੇ, ਸਗਲ ਕਾਲ ਕਾ ਕੀਆ ਤਮਾਸਾ। ਇਹ ਤਾਂ ਤਮਾਸਾ ਹੈ ਕਾਲ ਦਾ। ਅਸੀਂ ਕਾਲ ਦੇ ਦੂਤ ਹੈ, ਆਪ ਫਸੇ ਹੋਏ ਦੂਏ ਨੂੰ ਫਸਾਈ ਜਾਂਦੇ। ਭਗਤ ਕਬੀਰ ਜੀ ਦਾ ਸਲੋਕ ਲੈ ਲੈਣੇ, ਆਪ ਗਏ ਔਰ ਨੂੰ ਕਾਲੇ। ਦੇਖੋ ਭਗਤ ਜੀ ਕੀ ਕਹਿੰਦੇ ਨੇ, ਕਹਿੰਦੇ ਆਪ ਤਾਂ ਫਸੇ, ਦੂਜਿਆਂ ਨੂੰ ਵੀ ਫਸਾਈ ਜਾਂਦੇ ਨੇ। ਇਹੀ ਧਰਮ ਹੈ ਸਾਡਾ ਭਾਈ। ਨਹੀਂ, ਸਤਿਗੁਰ ਸਾਨੂੰ ਸਮਝਾ ਰਹੇ ਨੇ, ਆਪ ਜਪੇ ਅਵਰੇ ਨਾਮ ਜਪਾਵੇ। ਭਾਈ ਪਹਿਲਾਂ ਤਾਂ ਤੂੰ ਆਪ ਸਮਝ, ਆਪ ਕਾਲ ਤੋਂ ਛੁਟਕਾਰਾ ਪਾ, ਆਪ ਮੁਕਤੀ ਲੈ, ਦੇਵਲੋਕ ਪਹੁੰਚ, ਉਹਦੇ ਚਰਨਾਂ 'ਚ ਪਹੁੰਚ, ਫੇਰ ਹੀ ਹਰ ਜਸ ਕਰੇਗਾ। ਹਰ ਦਾ ਤਾਂ ਸਾਨੂੰ ਗਿਆਨ ਹੀ ਨਹੀਂ ਹੋਇਆ। ਬਾਣੀ ਹਰ ਦਾ ਗਿਆਨ ਕਰਾਉਂਦੀ ਹੈ, ਅਸੀਂ ਤਾਂ ਆਪਣਾ ਹੀ ਸੋਭਾ ਕਰਾਈ ਜਾਂਦੇ ਹਾਂ, ਆਪ ਨੂੰ ਹੀ ਭਗਤ ਕਹਿਣ ਲੱਗ ਜਾਂਦੇ ਹਾਂ। ਗੁਣ ਸਾਡੇ 'ਚ ਕੋਈ ਹੈ ਨਹੀਂ, ਨਾ ਨਿਰਭਉ ਆ, ਨਾ ਨਿਰਵੈਰ ਆ, ਨਾ ਕਾਲ ਤੋਂ ਮੁਕਤ ਹੈ, ਸਰੀਰ ਨਾਲ ਚਿੰਬੜੇ ਹੋਏ ਹਾਂ, ਭਗਤ ਫੇਰ ਵੀ ਨਹੀਂ। ਅਸੀਂ ਬਾਣੀ ਨਹੀਂ ਮੰਨਦੀ, ਕਾਲ ਨੇ ਨਹੀਂ ਮੰਨਣਾ ਭਾਈ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਬਰਾਬਰ ਦੀ ਚਪੇੜ ਮਾਰਦਾ ਭਾਈ, ਉਹ ਕਿਸੇ ਨੂੰ ਨਹੀਂ ਬਖਸ਼ਦਾ ਹੈਗਾ। ਉਹੀ ਸਤਿਗੁਰ ਸਮਝਾ ਰਹੇ ਨੇ ਭਾਈ, ਗੁਰਬਾਣੀ ਗੁਰੂ ਦੇ ਉਪਦੇਸ਼ ਤੋਂ ਬਿਨਾਂ ਸਾਨੂੰ ਕਾਲ ਨੇ ਨਹੀਂ ਛੱਡਣਾ। ਆਓ ਮਿਲ ਕੇ ਇਹਨੂੰ ਵਿਚਾਰੀਏ। ਭਗਤ ਜੀ ਇਹ ਸਲੋਕ 'ਚ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ ਨੇ? ਭਗਤ ਜੀ ਕਹਿੰਦੇ ਨੇ, ਕਬੀਰ ਮਾਇਆ ਡੋਲਣੀ, ਇਹ ਤਾਂ ਡਲਾਉਗੀ, ਪੱਖਾਂ ਦੇਖਦੀਆਂ ਨੇ ਭਾਈ, ਇੱਛਾ ਪੈਦਾ ਕਰ ਲੈਂਦੀਆਂ ਨੇ। ਸਾਡੇ ਗਿਆਨ ਇੰਦਰੀਆਂ ਦੀ ਜਿਹੜੀ ਸ਼ਕਤੀ ਹੈ, ਜਿਹੜੀ ਇਹਦੀ ਪਕੜ ਹੈ, ਜਿਹੜੀ ਇਹਦੀ ਡੋਰ ਹੈ, ਉਹ ਰਾਮ ਸਰੋਵਰ ਤੱਕ ਜਾਂਦੀ ਹੀ ਨਹੀਂ ਹੈਗੀ। ਜਦ ਤੱਕ ਆਤਮਾ ਰਾਮ ਸਰੋਵਰ ਨਹੀਂ ਪਹੁੰਚਦੀ, ਇਹਨੂੰ ਮੁਕਤੀ ਕਿਵੇਂ ਹੋਊਗੀ, ਇਹਦੀ ਗਤੀ ਕਿਵੇਂ ਹੋਊਗੀ? ਉਹ ਜਿਹੜੀ ਅਸੀਂ ਬਾਹਰ ਗਤੀ ਕਰਾਉਂਦੇ ਹਾਂ, ਉਹ ਤਾਂ ਸਾਡੇ ਸਾਰੇ ਧਰਮਾਂ ਦੇ ਸਥਾਨ ਬਣੇ, ਉਹ ਤਾਂ ਸਰੀਰ ਕਰਕੇ ਹੈ। ਸਰੀਰ ਦੀ ਗਤੀ ਕਰਾ ਲੈਂਦੇ ਆਪਾਂ। ਸਰੀਰ ਦੀ ਕੀ ਗਤੀ ਕਰਾਉਣੀ ਹੈ? ਜਾਨਵਰਾਂ ਦੀ ਕੌਣ ਕਰਾਉਂਦਾ ਹੈ? ਜਿਹੜੇ ਐਕਸੀਡੈਂਟਾਂ ਦੇ ਵਿੱਚ ਬਾਹਰ ਉੱਪਰ ਕ੍ਰਾਸ ਜਹਾਜ਼ ਹੋ ਜਾਂਦੇ ਨੇ, ਐਕਸੀਡੈਂਟਾਂ 'ਚ ਹਜ਼ਾਰਾਂ ਹੀ ਮਰ ਜਾਂਦੇ, ਉਹਨਾਂ ਦੀ ਫਿਰ ਗਤੀ ਕੌਣ ਕਰਦਾ? ਇਹ ਤਾਂ ਭਰਮ ਹੈ। ਇਹ ਤਾਂ ਸਾਰੇ ਕਰਮ ਸਰੀਰ ਕਰਕੇ ਨੇ, ਇਹ ਕਾਲ ਨਹੀਂ ਛੱਡਦਾ ਹੈਗਾ। ਇਹ ਤਾਂ ਆਤਮਾ ਦੀ ਗਤੀ ਹੋਣੀ ਆ। ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ, ਉਹ 'ਚ ਲੈ ਹੋਣਾ, ਇਹਦਾ ਜਨਮ ਹੋਣਾ। ਉਸ ਤੋਂ ਬਾਅਦ ਆਪਦੀ ਗਤੀ ਹੋਈ ਨਹੀਂ, ਦੂਆਂ ਦੀ ਕਰਨ ਲੱਗੇ। ਅਪਰਪਦੇਸੇ ਆਪ ਨਾ ਕਰੇ। ਉਹੀ ਭਗਤ ਜੀ ਸਮਝਾਉਣਾ ਚਾਹੁੰਦੇ। ਪਿੱਛੇ ਆਪਾਂ ਲੋਕਾਂ ਦੀ ਵਿਚਾਰ ਕੀਤੀ ਹੈ, ਬਾਂਸ ਵਡਾਈ ਬੂਡਿਆ ਚੰਦਨ ਦੇ ਕੋਲ ਦੀ। ਚੰਦਨ ਹੈ ਬਾਣੀ, ਗੁਰ ਸ਼ਬਦ ਦਾ ਗਿਆਨ ਫੈਲਦਾ ਜਿਵੇਂ ਚੰਦਨ ਦੀ ਖੁਸ਼ਬੂ ਫੈਲਦੀ ਹੈ। ਇਸ ਕਰਕੇ ਇਹਨੂੰ ਵਿਚਾਰਨਾ, ਸਮਝਣਾ। ਸਭ ਤੋਂ ਪਹਿਲਾਂ ਸਾਡਾ ਕਾਲ ਤੋਂ ਛੁਟਕਾਰਾ ਹੋਣਾ, ਉਸ ਤੋਂ ਬਾਅਦ ਹੀ ਅਸੀਂ ਨਾਮ ਜਪਾਂਗੇ। ਬੈਠੇ ਅੰਮ੍ਰਿਤ ਲੋਕ 'ਚ, ਇੱਥੇ ਨਾਮ ਜਪਾਂਗੇ। ਇਹ ਸਭ ਕਾਲ ਦੇ ਵਸ ਹੈ। ਸਗਲ ਕਾਲ ਕਾ ਕੀਆ ਤਮਾਸਾ। ਉਹੀ ਭਗਤ ਜੀ ਸਮਝਾ ਰਹੇ ਨੇ। ਪਵਨ ਬਹਿ ਅਵਤਾਰ। ਪਿੱਛੇ ਆਪਾਂ 9ਵੇਂ ਪਾਤਸ਼ਾਹ ਦਾ ਸਲੋਕ ਲਿਆ ਸੀ। ਸਾਡੇ ਅੰਦਰ ਦੇਵ ਲੋਕ ਹੈ। ਜਦੋਂ ਮਨ ਸੰਸਾਰ ਕਰਨੀ ਪਿੱਠ ਕਰਦਾ ਹੈ, ਮਾਇਆ ਦਾ ਤਿਆਗ ਕਰ ਦਿੰਦਾ ਹੈ, ਉਹੀ ਤਾਂ ਇਹਦਾ ਮਰਨਾ। ਐਸਾ ਮਰੋ ਫਿਰ ਬਹੁਰ ਨਾ ਮਰਨਾ। ਸ਼ਬਦ ਮਰੈ ਫਿਰ ਜੀਵੇ ਫੁਨ ਹੀ, ਫਿਰ ਬਹੁਰ ਨਾ ਮਰਨਾ ਹੋਈ। ਇਹ ਸ਼ਬਦ ਗਿਆਨ ਨਾਲ ਸਾਡੀਆਂ ਇੱਛਾ ਮਰ ਜਾਂਦੀਆਂ। ਮਨ ਕੀ ਹੈ? ਇੱਛਾ ਰੂਪ ਹੀ ਹੈ, ਸਮਾਪਤ ਹੋ ਜਾਂਦੀਆਂ ਨੇ। ਇਹ ਜਿਹੜੀ ਬਾਣੀ ਦਾ ਗੁਰਦੇਵ ਦਾ ਗਿਆਨ ਆ, ਇਹਦੇ ਨਾਲ ਇੱਛਾ ਤੋਂ ਸਾਡਾ ਖਹਿੜਾ ਛੁੱਟਣਾ ਵਾ। ਉਹ ਤੁਰਕੀ ਬਾਣੀ ਆ, ਉਹਦੇ ਨਾਲ ਇਹਨੇ ਜਿਉਂਦਾ ਹੋਣਾ ਵਾ। ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਟਾਈ। ਪਰ ਹਾਲੇ ਤਾਂ ਸਾਨੂੰ ਕੁਛ ਪ੍ਰਾਪਤੀ ਨਹੀਂ ਹੋਈ, ਸਾਡਾ ਕਾਲ ਤੋਂ ਛੁਟਕਾਰਾ ਨਹੀਂ ਹੋਇਆ। ਭਗਤ ਅਸੀਂ ਪਹਿਲਾਂ ਬਣ ਜਾਂਦੇ, ਤਈਓ ਤਾਂ ਅਸੀਂ ਫਸ ਜਾਂਦੇ ਹਾਂ। ਦੇਖਦੇ ਹਾਂ ਅੱਜ ਕਿੱਡੇ ਕਿੱਡੇ ਵਿਚਾਰੇ ਧਰਮ ਗੁਰੂ, ਇੰਨਾ ਤਾਂ ਗਿਆਨ ਹੁੰਦਾ ਹੀ ਹੈ ਸੰਸਾਰ ਨੂੰ, ਪਰ ਅਸੀਂ ਉਹ ਛੁੱਟਦੇ ਕਿਉਂ ਨਹੀਂ? ਕਾਰਨ ਇਹੀ ਕਿ ਸਾਨੂੰ ਸੱਚ ਦਾ ਗਿਆਨ ਨਹੀਂ ਹੈਗਾ। ਸੱਚ ਦੇ ਗਿਆਨ ਤੋਂ ਬਿਨਾਂ ਸਹੀ ਦਿਸ਼ਾ, ਸਹੀ ਰਾਹ ਅਸੀਂ ਨਹੀਂ ਚੱਲ ਸਕਦੇ। ਸਾਰੇ ਹੀ ਭਟਕੇ ਹੋਏ ਹਾਂ ਅਸੀਂ। ਭੁੱਲਿਆਂ ਗੁਰ ਦੇ ਸਮਝਾਏ। ਜੇ ਗੁਰੂ ਨਾਲ ਵਿਚਾਰ ਕਰੋਗੇ ਸਮਝਾ ਦੂਗਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਭੁੱਲ ਗਿਆ ਇੱਥੇ ਆ ਕੇ, ਕਿੰਨਾ ਚਿਰ ਰਹਾਂਗੇ ਇੱਥੇ? ਉਹੀ ਅਵਤਾਰ ਹੈ ਭਾਈ ਅੰਦਰ। ਉੱਥੇ ਤਾਂ ਜਾਣਾ, ਉਹੀ ਨੂੰ ਗੁਰਦੁਆਰੋਂ ਕਿਹਾ, ਉਹੀ ਮਸੀਤ ਹੈ। ਪਰ ਉੱਥੇ ਪਹੁੰਚਾਂਗੇ ਕਿਵੇਂ ਅਸੀਂ? ਅੱਗੇ ਭਗਤ ਜੀ ਸਮਝਾਉਂਦੇ ਨੇ,
ਜਿਨ ਬਲੋਇਆ ਤਿਨ ਖਾਇਆ। ਇਹ ਜਿਹੜੇ ਵਿਚਾਰਦੇ ਨੇ ਗੁਰਸਿੱਖ ਸੰਗਤ, ਕੋਈ ਵੀ ਹੋਵੇ, ਆਤਮਾ ਦਾ ਕੋਈ ਰੂਪ ਹੁੰਦਾ ਹੈ, ਸੁਣਨ ਵਾਲੇ ਜਿੰਨਾ ਕੁ ਸਮਝ ਆਉਂਦੀ ਉਹੀ ਉਹਦਾ ਰੂਪ ਹੈ। ਜਿਹੜੇ ਅਸੀਂ ਸਰੀਰ ਕਰਕੇ ਮੰਨੀ ਬੈਠੇ ਹਾਂ ਉਹ ਤਾਂ ਸਾਡਾ ਹੰਕਾਰ ਹੀ ਹੈ। ਜਾਤ ਕਾ ਗਰਭ ਨਾ ਕਰੀਓ ਗਵਾਰਾ, ਮੂਰਖਾ ਕਹਿੰਦੇ ਕੀ ਇਹਦਾ ਹੰਕਾਰ ਕਰਦਾ, ਇਹਨੂੰ ਤਾਂ ਛਿਨ ਲੱਗਣਾ ਖਤਮ ਹੋਣ ਨੂੰ। ਉਹ ਬੁਲਾਉਂਦੇ ਨੇ, ਉਹੀ ਵਿਚਾਰਦੇ ਨੇ। ਜਿਹੜੇ ਵਿਚਾਰਦੇ ਨੇ ਉਹੀ ਫਿਰ ਨਾਮ ਰੂਪੀ ਮੱਖਣੇ ਖਾਂਦੇ ਨੇ। ਅਬਰ ਬਲੋਬਨਹਾਰ ਭਗਤ ਜੀ ਸਮਝਾਉਂਦੇ ਨੇ। ਹੋਰ ਵੀ ਜਿਹੜੇ ਇਹਨੂੰ ਵਿਚਾਰਨਗੇ ਉਹ ਵੀ ਆਪਦੇ ਘਰ ਪਹੁੰਚ ਜਾਣਗੇ। ਅੱਗੇ ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਸਾ ਸ੍ਰੀ ਕਬੀਰ ਜੀ ਹੋ ਕੇ ਚੌਪਦ ਦੇ ਇੱਕ ਤੁਕੇ। ਇੱਕ ਤੋਂ ਭਾਵ ਇੱਕ ਹੁਣ ਇਹ ਆਤਮਾ ਆਈ ਹੈ, ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਸਤਿਗੁਰ ਪ੍ਰਸਾਦ, ਸੱਚ ਦੇ ਗਿਆਨ ਤੋਂ ਬਿਨਾਂ, ਪ੍ਰਸਾਦ ਤੋਂ ਭਾਵ ਗਿਆਨ ਦੀ ਕਿਰਪਾ ਤੋਂ ਬਿਨਾਂ। ਗੁਰਪ੍ਰਸਾਦ ਕਹਿ ਲਈਏ ਭਰਮ ਕਾ ਨਾਸ, ਸਾਡਾ ਭਰਮ ਨਹੀਂ ਜਾਂਦਾ, ਇਹ ਕਾਲ ਸਾਨੂੰ ਛੱਡਦਾ ਨਹੀਂ। ਅੱਗੇ ਭਗਤ ਜੀ ਕੀ ਸਮਝਾਉਣਾ ਚਾਹੁੰਦੇ ਨੇ। ਸਾਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ। ਉਹ ਤਾਂ ਇਹ ਸਮਝਾਉਂਦੇ ਨੇ ਭਾਈ ਜਿੰਨੇ ਪਿੱਛੇ ਜਿੰਨੀਆਂ ਮੱਤਾਂ ਹੋਈਆਂ ਨੇ, ਜੇ ਆਪਾਂ ਉਹਨੂੰ ਲੈਣ ਲੱਗੇ ਵਿਚਾਰਨ ਲੱਗੇ ਤਾਂ ਲੰਬਾ ਹੋ ਜਾਊਗਾ। ਆਪਾਂ ਤਾਂ ਬਸ ਇੱਕ ਗੁਰ ਕੀ ਮੱਤੀ ਵਿਚਾਰਨੀ ਹੈ, ਜੇ ਪ੍ਰਾਪਤੀ ਕਰਨੀ। ਵਾਦ ਵਿਵਾਦ ਵਾਲਾ ਵਿਸ਼ਾ ਨਹੀਂ ਹੈਗਾ ਇਹ 'ਚ। ਵਾਦ ਵਿਵਾਦ ਦੇ ਵਿੱਚ ਤੁਸੀਂ ਸੰਸਾਰ ਤਾਂ ਤੁਹਾਨੂੰ ਮੰਨਣ ਲੱਗ ਜੂ ਵੀ ਗਿਆਨੀ ਹੈ, ਪਰ ਜਿਹੜੀਆਂ ਆਤਮਾ ਨੇ ਜੁੜਨਾ ਉਹ ਕਿਵੇਂ ਜੁੜਨਗੀਆਂ? ਉਹ ਤਾਂ ਪ੍ਰੇਮਾ ਭਗਤੀ ਹੈ। ਇਹ ਤਾਂ ਪਹਿਲਾਂ ਹੀ ਨਹੀਂ ਸਮਝ ਆਉਂਦੀ ਸਾਨੂੰ। ਕੋ ਨਾਨਕੇ ਖੇਲ ਕਠਨ ਹੈ, ਕਿਹਨੂੰ ਗੁਰਮੁਖ ਹੋਏ ਜਾਣਾ। ਇਹਨੂੰ ਬਹੁਤ ਪ੍ਰੇਮ ਨਾਲ ਵਿਚਾਰਨਾ ਤਾਂ ਸਾਡੇ ਮਨ 'ਚ ਵਸਣੀ ਹੈ। ਉਹੀ ਭਗਤ ਜੀ ਸਮਝਾ ਰਹੇ। ਉਹਨਾਂ ਨੇ ਤਾਂ ਜਨਮ ਗਵਾ ਲਿਆ। ਦੇਖਦੇ ਪਿੱਛੇ ਆਪਾਂ ਵਿਚਾਰ ਕੀਤੀ ਸੀ, ਜੋਗੀ ਸੀ, ਇਹ ਸਾਰੇ ਹਟ ਜੋ ਸਰੀਰ ਕਰਕੇ ਕਰਦੇ ਰਹੇ ਅਸੀਂ। ਉਸ ਤੋਂ ਬਾਅਦ ਥੋੜ੍ਹਾ ਉੱਪਰਲਾ ਗਿਆਨ ਆਇਆ, ਫਿਰ ਉਹ ਚੰਦਰਮੇ 'ਤੇ ਆ ਸੂਰਜ ਨਾਲ ਜੁੜ ਕੇ ਉਸ ਸਮੇਂ ਦੀ ਬਾਅਦ ਘਾਟ ਦਾ ਗਿਆਨ ਲਾਉਂਦੇ ਰਹੇ। ਚਲੋ ਉਹ ਕੁਦਰਤ ਦਾ ਖੇਲ ਹੈ, ਸਾਡਾ ਵਿਸ਼ਾ ਨਹੀਂ ਹੈਗਾ। ਕਿਉਂ ਲਾਉਂਦੇ ਨੇ, ਕਾਹਤੇ ਲਾਉਂਦੇ ਨੇ, ਅਸੀਂ ਥੋੜ੍ਹੀ ਬਣਾਇਆ ਉਹਨਾਂ ਨੂੰ। ਅਸੀਂ ਤਾਂ ਆਪਾ ਸਵਾਰਨਾ ਆਪਦਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ ਭਗਤ ਜੀ ਕੀ ਸਮਝਾਉਣਾ ਚਾਹੁੰਦੇ ਨੇ। ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ। ਵੇਦ ਪੜ੍ਹੇ, ਗਿਆਨ ਪੜ੍ਹਿਆ, ਜਨਮ ਕਿਵੇਂ ਚੱਲਿਆ ਗਿਆ? ਇੱਥੇ ਜਨਮ ਨਹੀਂ ਜਾਂਦਾ। ਸਤਿਗੁਰਾਂ ਦੇ ਦਰਸਾਏ ਮਾਰਗ 'ਤੇ ਆਪਾਂ ਚੱਲਾਂਗੇ, ਇੱਥੇ ਸਾਡਾ ਜਨਮ ਐਵੇਂ ਨਹੀਂ ਜਾਣਾ। ਆਇਆ ਸਫਲ ਤਿਸੀ ਕਾ ਗਣੀ, ਮਾਰੇ ਏਕ ਤਾਜੈ ਘਣੀ। ਜਿਹੜੇ ਭਰਮ ਦਾ ਨਾਸ ਕਰ ਲੈਂਦੇ ਨੇ, ਸੱਚ ਦਾ ਗਿਆਨ ਲਾ ਕੇ, ਉਹਨਾਂ ਦਾ ਸਫਲ ਹੋ ਜਾਂਦਾ ਸੰਸਾਰ 'ਤੇ ਆਉਣਾ। ਅੱਗੇ ਭਗਤ ਜੀ ਕੀ ਸਮਝਾਉਂਦੇ ਆ। ਹਰ ਕਾ ਵਿਲੋਭ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਭਗਤ ਜੀ ਤਾਂ ਐਂ ਸਮਝਾ ਰਹੇ ਨੇ, ਬਹੁਤ ਸ਼ਾਂਤ ਹੋ ਕੇ ਇਹਨੂੰ ਸਮਝਣਾ, ਫਿਰ ਇਹਨੂੰ ਵਿਚਾਰਨਾ ਵਾ। ਜਿਵੇਂ ਆਪਾਂ ਦੁੱਧ ਰਿੜਕਦੇ ਹਾਂ, ਉਹਨੂੰ ਬਹੁਤ, ਜਦੋਂ ਮੱਖਣ ਆਉਂਦਾ ਬਹੁਤ ਪਿਆਰ ਨਾਲ ਉਹਨੂੰ ਫਿਰ ਆਪਾਂ ਰਿੜਕਣ ਲੱਗ ਜਾਂਦੇ ਹਾਂ ਹੌਲੀ ਹੌਲੀ, ਕਿਉਂਕਿ ਮੱਖਣ ਜਿਹੜਾ ਖਰਾਬ ਨਾ ਹੋ ਜਾਏ, ਲੱਸੀ 'ਚ ਰਲ ਨਾ ਜਾਵੇ। ਇਹ ਬਹੁਤ ਹੀ ਗੰਭੀਰ ਮੱਤ ਹੈ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਇਹੀ ਤਾਂ ਰਹਿਮਤ ਲੈਣੀ ਸਤਿਗੁਰਾਂ ਦੀ। ਇਹਨੂੰ ਬ੍ਰਹਮ ਵਿਦਿਆ ਵੀ ਕਿਹਾ ਵਾ। ਇਹ ਬ੍ਰਹਮ ਗਿਆਨ ਵੀ ਹੈ। ਇਹ ਬ੍ਰਹਮ ਵਿਚਾਰ ਸੋ ਜਾਣੇ, ਇਸ ਦਿਆਲ ਹੋਏ ਪੁਰਖ ਭਗਵਾਨ ਨੇ। ਉਹ ਦਿਆਲੂ ਦੀ ਕਿਰਪਾ ਤਾਂ ਲੈਣੀ ਸੀ, ਉਹ ਅਸੀਂ ਛੱਡਤੀ। ਅਸੀਂ ਤਾਂ ਆਪ ਹੀ ਕਿਰਪਾ ਕਰਨ ਲੱਗ ਗਏ ਲੋਕਾਂ 'ਤੇ। ਰਹਾਓ ਕਿਵੇਂ ਅੱਗੇ ਭਗਤ ਜੀ ਸਮਝਾਉਣਗੇ ਵੀ ਆਪਾਂ ਇਹਨੂੰ ਵਿਚਾਰਨਾ ਕਿਵੇਂ ਆ। ਤਨ ਕਰ ਮਟਕੀ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਜਿਵੇਂ ਆਪਾਂ ਉਹ ਕਾਲਣੀ ਦੇ ਵਿੱਚ, ਘੜੇ ਦੇ ਵਿੱਚ ਪਾ ਲੈਂਦੇ ਹਾਂ, ਦੁੱਧ ਨੂੰ ਉਬਾਲ ਕੇ, ਦਹੀਂ ਜਾਗ ਲਾ ਕੇ ਫਿਰ ਉਹਨੂੰ ਰਿੜਕਦੇ ਹਾਂ। ਇੱਥੇ ਭਗਤ ਜੀ ਸਮਝਾਉਂਦੇ ਜਿਹੜਾ ਮਨ ਹੈ ਨਾ, ਇਹਨੂੰ ਬਣਾਉਣਾ ਘੜਾ, ਉਹ ਚਾਟੀ ਦੁੱਧ ਵਾਲੀ ਇਹਨੂੰ ਬਣਾਉਣਾ ਵਾ। ਰਿੜਕਣਾ ਕਿਹਦੇ ਨਾਲ ਹੈ? ਇਹ ਗਿਆਨ ਦੇ ਸ਼ਬਦ ਨਾਲ। ਗਿਆਨ ਦੇ ਸ਼ਬਦ ਨਾਲ ਰਿੜਕਣਾ ਇਹਨੂੰ। ਇਹਦੇ ਵਿੱਚੋਂ ਫਿਰ ਜਿਹੜੀ ਹੈਗੀ ਹੈ, ਇਹਦੀ ਫਿਰ ਮੈਲ ਜਾਣੀ ਆ। ਮੇਰ ਕੀਆ ਮਧਾਣੀ, ਜਿਹੜੀ ਉਹ ਕਹਾਣੀ ਬਣਾਤੀ ਵੱਡੀ ਵੀ ਸਮੁੰਦਰ ਰਿੜਕਿਆ, ਪਾਣੀ 'ਚੋਂ ਕੀ ਨਿਕਲਣਾ ਹੁੰਦਾ। ਇਹ ਸੰਸਾਰੀ ਮੱਤਾਂ ਨੂੰ ਭਗਤ ਕਬੀਰ ਜੀ ਕੀ ਕਹਿੰਦੇ ਨੇ, ਛੱਪੜ ਨੀਰ ਬਰੋਲੀਏ ਮਾਖਣ ਨਹੀਂ ਰੀਛੇ। ਤਾਂ ਸਾਡੀਆਂ ਮੱਤਾਂ ਤਾਂ ਛੱਪੜ ਨੇ, ਉਹਦੇ ਕੀ ਨਿਕਲਣਾ। ਉਹ ਸਮੁੰਦਰ ਦੀ ਕਹਾਣੀ ਬਣਾਤੀ ਵੀ ਦੇਵਤਿਆਂ ਨੇ ਰਿੜਕਿਆ। ਉਹ ਬਾਣੀ ਵਿਚਾਰਦੇ ਨੇ ਭਾਈ, ਇਹ ਮਨ ਨੂੰ ਰਿੜਕਣਾ ਉਹੀ ਭਗਤ ਜੀ ਸਮਝਾ ਰਹੇ ਨੇ। ਮਨ ਤਾਂ ਸਾਨੂੰ ਰਿੜਕੀ ਜਾਂਦਾ।
तन कर मुटकी मन माहे बलोई, इस मुटकी में शब्द संजोईए, शब्द ज्ञान नाल इहनूं रिड़कना। फिर की मिलू अगे, हर का विलोभना मन का विचारा, गुर प्रसाद पावे ਅੰਮ੍ਰਿਤ ਧਾਰਾ। ਫਿਰ ਕਹਿੰਦੇ ਧਾਰ ਪੈਂਦੀ ਇਹਦੇ ਉੱਪਰ, ਜਿਹੜੇ ਬਾਹਰ ਅਸੀਂ ਧਾਰਾਂ ਥੱਲੇ ਜਾ ਕੇ ਨਹਾਉਂਦੇ ਉਹ ਸਰੀਰ ਕਰਕੇ ਨੇ। ਕਬੀਰ ਦਾ ਆਪਾਂ ਸਲੋਕ ਲੈ ਲੈਂਦੇ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੇ ਸਭ ਸੰਸਾਰ, ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਤਾਰ। ਇਹ ਕਾਲੀ ਧਾਰ ਕਲਪਨਾ ਦੀ ਭਾਈ, ਇਹ ਕਾਲ ਹੈ, ਡੁੱਬ ਜਾਵਾਂਗੇ ਅਸੀਂ ਜੇ ਸਰੀਰ ਦੇ ਨਾਲ ਜੁੜੇ ਧਰਮ ਕਰਮ ਕਰਦੇ ਰਹੇ। ਅਸੀਂ ਇਹ ਆਤਮ ਕਰਮ ਕਰਨਾ, ਉਹਦੀ ਕਿਰਪਾ ਲੈਣੀ ਹੈ ਕੁਦਰਤ ਦੀ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਉਹੀ ਭਗਤ ਜੀ ਸਮਝਾ ਰਹੇ ਨੇ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਉਹੀ ਅਵਤਾਰ ਭਾਈ, ਅੰਮ੍ਰਿਤ ਰੂਪੀ ਗਿਆਨ ਇਹ ਆਤਮਾ ਨੂੰ ਮਿਲਦਾ, ਫਿਰ ਸ਼ਾਂਤ ਹੋ ਜਾਂਦੀ ਹੈ ਆਤਮਾ, ਪ੍ਰਾਤਮਾ ਇੱਕ ਹੋ ਜਾਂਦੀ ਹੈ। ਉਦੋਂ ਬਾਅਦ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਉਹ ਸਹਿਜ ਦੁਨੀਆ ਦੇ ਵਿੱਚ ਪਹੁੰਚਣਾ। ਪਹਿਲਾਂ ਆਪਾਂ ਜਿਹੜਾ ਕਾਲਪਨਿਕ ਯੁੱਗ ਹੈ, ਕਲਯੁੱਗ ਹੈ, ਮ੍ਰਿਤ ਲੋਕ ਹੈ, ਇੱਥੋਂ ਖਹਿੜਾ ਛਡਾਉਣਾ। ਹਰ ਕਾ ਵਿਲੋਭਨਾ ਮਨ ਕਾ ਵਿਚਾਰਾ, ਇਹ ਗੁਰਸ਼ਬਦ ਦੀ ਵਿਚਾਰ ਹੈ ਭਾਈ, ਇਹਨੂੰ ਵਿਚਾਰਨਾ ਹੈ, ਉਹਦੀ ਕਿਰਪਾ ਲੈਣੀ। ਅੱਗੇ ਭਗਤ ਜੀ ਕੀ ਸਮਝਾਉਂਦੇ, ਕਉ ਕਬੀਰ ਨਜ਼ਰ ਕਰੇ ਜੇ ਮੀਰਾ, ਰਾਮ ਨਾਮ ਲਗ ਉਤਰੇ ਤੀਰਾ। ਇਹ ਸੰਸਾਰ ਸਮੁੰਦਰ 'ਚੋਂ ਭਾਈ ਉਹ ਪਾਰ ਨਿਕਲ ਜਾਂਦੇ ਨੇ, ਉਤਰੇ ਪਾਰ ਨਿਕਲ ਜਾਂਦੇ ਨੇ ਜੇ ਉਹ ਮੀਰਾ ਕਿਰਪਾ ਕਰ ਦੇਵੇ। ਉਹ ਮਾਲਕ ਕਿਰਪਾ ਕਰ, ਉਹਦੀ ਕਿਰਪਾ ਲੈਣੀ ਸੀ, ਉਹ ਅਸੀਂ ਲਈ ਨਹੀਂ ਹੈਗੀ। ਕਿਉਂ ਨਹੀਂ ਲਈ? ਸਾਨੂੰ ਸੱਚ ਦਾ ਗਿਆਨ ਹੀ ਨਹੀਂ ਹੋਇਆ ਹੈਗਾ। ਅੱਗੇ ਆਪਾਂ ਥੋੜ੍ਹਾ ਜਿਹਾ ਲੈ ਲੈਂਦੇ ਹਾਂ ਕਬੀਰ ਦਾ ਸਲੋਕ। ਜੇ ਨਹੀਂ ਕਰਦੇ ਫਿਰ ਕੀ ਹੁੰਦਾ, ਵਿਚਾਰਦੇ ਨਹੀਂ ਤਾਂ। ਬਾਤੀ ਸੁੱਕੀ ਤੇਲ ਨਿਖੂਟਾ, ਮੰਦਲ ਨਾ ਬਾਜੇ ਨਟ ਪੈ ਸੂਤਾ। ਬਸ ਜਿਹੜਾ ਹੁਕਮ ਆਉਂਦਾ ਹੈ, ਜੀਵ ਆਪਦਾ ਸਮਾਂ ਪੂਰਾ ਕਰਕੇ ਚੱਲਦਾ ਬਣਦਾ। ਇਹੀ ਸੰਸਾਰ ਦਾ ਭਗਤ ਕਬੀਰ ਤੋਂ ਪੁੱਛ ਲੈਂਦੇ ਹਾਂ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੇ ਫਿਰ ਬੌਰ ਨਾ ਮਰਨਾ। ਉਹ ਜਿਹੜੇ ਐਸੇ ਗੁਰ ਸ਼ਬਦ ਦੀ ਕਮਾਈ ਕਰਕੇ ਗੁਰਸਿੱਖ ਸੰਗਤ ਪ੍ਰਾਪਤੀ ਕਰਦੇ ਨੇ, ਉਹਨਾਂ ਦੁਆਰਾ ਜੰਮਣ ਮਰ ਨਹੀਂ ਹੁੰਦਾ, ਖਤਮ ਹੀ ਹੋ ਜਾਂਦਾ ਹੈ। ਅੱਗੇ ਭਗਤ ਜੀ ਸਮਝਾਉਂਦੇ ਨੇ, ਬੁਝ ਗਈ ਅਗਨ ਨਾ ਨਿਕਸਿਓ ਧੂੰਆਂ। ਜਿਹੜੀ ਤ੍ਰਿਸ਼ਨਾ ਦੀ ਅੱਗ, ਧੂੰਆਂ ਨਿਕਲਦਾ ਸੀ, ਉਹ ਨਾ ਦੀਂਦਾ ਸੀ, ਨਾ ਜਾਣ ਲੱਗੇ ਨੂੰ ਦੇਖਿਆ, ਆਵਤ ਕਿੰਨੀ ਨਾ ਦੇਖਿਆ। ਜਦੋਂ ਆਉਂਦਾ ਨਹੀਂ ਜੀ ਪਤਾ ਲੱਗਦਾ, ਜਾਂਦਾ ਕਿਵੇਂ ਪਤਾ ਲੱਗੂਗਾ। ਆਓ ਸਾਰੇ ਮਿਲ ਕੇ ਭਾਈ ਇਹਨੂੰ ਵਿਚਾਰੀਏ। ਸਾਨੂੰ ਸੰਸਾਰ ਦੇ ਵਿੱਚ ਉਹ ਕੁਦਰਤ ਦੀ ਰਹਿਮਤ ਹੋਈ ਹੈ, ਮਨੁੱਖਾਂ 'ਤੇ ਹੀ ਮਿਲੀ ਹੈ, ਬਾਰ ਬਾਰ ਨਹੀਂ ਮਿਲਦੀ। ਆਓ ਸਾਰੇ ਮਿਲ ਕੇ ਦਾ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।